ਕੀ ਸੱਚਮੁੱਚ ਹੀ ਬ੍ਰਿਟਿਸ਼ ਸਰਕਾਰ ਨੇ ਭਾਰਤ ਨੂੰ ਗੁਲਾਮ ਬਣਾਇਆ ਸੀ? ਸੱਚ ਤਾਂ ਇਹ ਹੈ ਕਿ ਕੁਝ ਵੱਡੇ ਵਪਾਰੀਆਂ ਦੀ ਇੱਕ ਪ੍ਰਾਈਵੇਟ ਕੰਪਨੀ ਨੇ ਭਾਰਤ ਨੂੰ ਗੁਲਾਮ ਬਣਾਇਆ ਸੀ। ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ। हर साल जदों भी अगस्त का महीना आउंदा है, जदों आज़ादी दी वंड वाले दिनां दी रौले वाले दिनां दी गल कीती जांदी है, तां मेरे वांगू बहुत सारे लोग होणगे जिहड़े सोचते होणगे कि आखिरकार अंग्रेज भारत दे विच आए कदों सी, भारत गुलाम किवें बन गया सी, भारत नूं तां सोने दी चिड़ी कहा जांदा सी, फिर आखिरकार अजिहा की हो गया सी कि भारत दी इन्नी मंदी हालत हो गई सी। ਇਹ ਇੱਕ ਸਵਾਲ ਹੈ ਜਿਸ ਦਾ ਜਵਾਬ ਆਪਾਂ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। 1600 ਈਸਵੀ ਦੇ ਵਿੱਚ ਭਾਰਤ ਵਿੱਚ ਅਕਬਰ ਦਾ ਰਾਜ ਹੁੰਦਾ ਸੀ, ਯਾਨੀ ਕਿ ਮੁਗਲਾਂ ਦਾ ਰਾਜ ਹੁੰਦਾ ਸੀ। ਦੁਨੀਆ ਦਾ 25% ਉਤਪਾਦਨ ਭਾਰਤ ਦੇ ਵਿੱਚ ਹੀ ਤਿਆਰ ਹੁੰਦਾ ਸੀ। ਆਰਥਿਕ ਮਜ਼ਬੂਤੀ ਦੇਖਣ ਦੁਨੀਆ ਭਰ ਤੋਂ ਲੋਕ ਭਾਰਤ ਵਿੱਚ ਆਉਂਦੇ ਸੀ, ਯਾਨੀ ਕਿ ਭਾਰਤ ਨੂੰ ਦੇਖਣ ਲਈ ਦੁਨੀਆ ਦੇ ਲੋਕ ਆਉਂਦੇ ਸੀ। ਇਸੇ ਦੌਰਾਨ ਸਰ ਜੇਮਸ ਲੈਂਕੇਸਟਰ ਨੇ ਬਰਤਾਨੀਆ ਦੇ 200 ਵੱਡੇ ਵਪਾਰੀਆਂ ਨੂੰ ਇਕੱਠਾ ਕੀਤਾ। 31 ਦਸੰਬਰ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਨੀਂਹ ਰੱਖੀ। ਫਿਰ 1605 ਵਿੱਚ ਬਾਦਸ਼ਾਹ ਅਕਬਰ ਦੀ ਮੌਤ ਹੋ ਗਈ। ਪੁੱਤ ਜਹਾਂਗੀਰ ਨੇ ਸੱਤਾ ਸੰਭੀ। 1608 ਵਿੱਚ ਈਸਟ ਇੰਡੀਆ ਕੰਪਨੀ ਦੇ ਕੈਪਟਨ ਵਿਲੀਅਮ ਹਾਕਿੰਸ ਨੇ ਪਹਿਲੀ ਵਾਰੀ ਸੂਰਤ ਬੰਦਰਗਾਹ ਤੇ ਕਦਮ ਰੱਖਿਆ। ਵਿਲੀਅਮ ਨੂੰ ਪਤਾ ਸੀ ਕਿ ਮੁਗਲਾਂ ਦਾ ਸਾਹਮਣਾ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਇਸ ਲਈ 1609 ਦੇ ਵਿੱਚ ਮੁਗਲਾਂ ਦੀ ਰਾਜਧਾਨੀ ਆਗਰਾ ਦੇ ਵਿੱਚ ਉਸਨੇ ਵਪਾਰ ਕਰਨ ਦੀ ਇਜਾਜ਼ਤ ਲੈ ਲਈ। ਵਪਾਰ ਦੇ ਵਿੱਚ ਕਦਮ ਰੱਖਣ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਵਪਾਰ ਵਧਾਉਣ ਦੇ ਲਈ 1615 ਦੇ ਵਿੱਚ ਥਾਮਸ ਰੋ ਨੂੰ 600 ਪਾਉਂਡ ਦੀ ਤਨਖਾਹ ਤੇ ਇਥੋਂ ਦਾ ਰਾਜਦੂਤ ਬਣਾ ਦਿੱਤਾ। ਥਾਮਸ ਨੇ ਜਹਾਂਗੀਰ ਬਾਦਸ਼ਾਹ ਨੂੰ ਕੀਮਤੀ ਤੋਹਫੇ ਦਿੱਤੇ। ਗੱਲਾਂ ਨਾਲ ਪ੍ਰਭਾਵਿਤ ਕਰਕੇ ਕੰਪਨੀ ਦਾ ਕਾਰੋਬਾਰ ਭਾਰਤ ਦੇ ਵਿੱਚ ਵਧਾਇਆ। ਭਾਰਤ ਵਿੱਚ ਬ੍ਰਿਟਿਸ਼ ਫੌਜ ਲਿਆਉਣ ਦਾ ਰਾਹ ਸਾਫ਼ ਕਰ ਲਿਆ। ਕੰਪਨੀ ਨੇ ਚਾਂਦੀ ਦੇ ਬਦਲੇ ਭਾਰਤ ਤੋਂ ਚਾਹ, ਮਸਾਲੇ, ਰੇਸ਼ਮ, ਕਪਾਹ, ਗੁੜ ਦਾ ਸ਼ੀਰਾ, ਕੱਪੜਾ, ਖਣਿਜ ਵੇਚ ਕੇ ਚੋਖਾ ਮੁਨਾਫਾ ਕਮਾਇਆ। 1686 ਦੇ ਵਿੱਚ ਈਸਟ ਇੰਡੀਆ ਕੰਪਨੀ ਨੇ ਬਰਤਾਨੀਆ ਤੋਂ ਫੌਜ ਬੁਲਾ ਕੇ ਔਰੰਗਜ਼ੇਬ ਦੇ ਨਾਲ ਲੜਾਈ ਲੜੀ, ਪਰ ਹਾਰ ਗਏ। ਫਿਰ ਮਾਫੀ ਮੰਗ ਕੇ ਮੁੜ ਵਪਾਰ ਸ਼ੁਰੂ ਕਰ ਦਿੱਤਾ, ਯਾਨੀ ਕਿ ਮੁਗਲਾਂ ਨੇ ਵੀ ਅੰਗਰੇਜ਼ਾਂ ਤੇ ਯਕੀਨ ਕਰ ਲਿਆ। 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋਈ ਤਾਂ ਵਪਾਰੀ ਕੰਪਨੀ ਦੀ ਫੁੱਟ ਪਾਓ ਤੇ ਰਾਜ ਕਰੋ ਵਾਲੀ ਘਟੀਆ ਨੀਤੀ ਸ਼ੁਰੂ ਹੋ ਗਈ। ਈਸਟ ਇੰਡੀਆ ਕੰਪਨੀ ਨੇ ਨਵਾਬਾਂ ਦੇ ਵਿੱਚ ਫੁੱਟ ਪਵਾਈ, ਤਾਕਤ ਵਧਾਈ। ਬੰਗਾਲ ਦੇ ਨਵਾਬ ਸਿਰਾਜੁਦੌਲਾ ਈਸਟ ਇੰਡੀਆ ਦੀ ਵਧੀ ਹੋਈ ਫੌਜੀ ਤਾਕਤ ਤੋਂ ਨਾਰਾਜ਼ ਸਨ ਤਾਂ ਈਸਟ ਇੰਡੀਆ ਕੰਪਨੀ ਨੇ ਨਵਾਬ ਦੀ ਫੌਜ ਦੇ ਹੀ ਸੈਨਾਪਤੀ ਮੀਰ ਜਾਫਰ ਨੂੰ ਆਪਣੇ ਵੱਲ ਦਾ ਕਰਕੇ ਉਹਦਾ ਸਾਥ ਦਿੱਤਾ, ਉਹਨੂੰ ਨਵਾਬ ਬਣਾ ਦਿੱਤਾ ਤੇ ਬੰਗਾਲ ਤੇ ਕਬਜ਼ਾ ਕਰ ਲਿਆ। ਨਵਾਬ ਭਾਵੇਂ ਮੀਰ ਜਾਫਰ ਸੀ, ਪਰ ਆਰਥਿਕ ਕਮਾਨ ਅੰਗਰੇਜ਼ਾਂ ਦੇ ਹੱਥ ਹੀ ਸੀ। ਫਿਰ ਡੱਚਾਂ ਦਾ ਸਾਥ ਲੈ ਕੇ ਮੀਰ ਜਾਫਰ ਨੇ ਈਸਟ ਇੰਡੀਆ ਕੰਪਨੀ ਦੇ ਖਿਲਾਫ ਲੜਾਈ ਲੜੀ, ਪਰ ਹਾਰ ਗਿਆ। ਇਸ ਤਰ੍ਹਾਂ ਬੰਗਾਲ ਦੇ ਵਿੱਚ ਟੈਕਸ ਇਕੱਠਾ ਕਰਨ ਦੀ ਕਮਾਨ ਹੁਣ ਈਸਟ ਇੰਡੀਆ ਕੰਪਨੀ ਦੇ ਹੱਥਾਂ ਵਿੱਚ ਆ ਗਈ। ਬੰਗਾਲ ਉਸ ਵਕਤ ਲੰਡਨ ਤੋਂ ਵੀ ਵੱਧ ਅਮੀਰ ਹੁੰਦਾ ਸੀ। ਇਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ, ਪਰ ਇਹ ਸੱਚ ਹੈ। 1947 ਵੇਲੇ ਭਾਰਤ ਦੀ ਕਰੰਸੀ ਦਾ ਰੇਟ ਕੀ ਹੁੰਦਾ ਸੀ ਤੇ ਅਮਰੀਕਾ ਦੀ ਕਰੰਸੀ ਦਾ ਕਿੰਨਾ ਮੁੱਲ ਹੁੰਦਾ ਸੀ, ਤੁਸੀਂ ਖੁਦ ਇਹ ਸਰਚ ਕਰਕੇ ਦੇਖ ਲਿਓ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਭਾਰਤ ਦੀ ਆਰਥਿਕਤਾ ਕਿੰਨੀ ਮਜ਼ਬੂਤ ਸੀ। ਸੋ ਇਸ ਜਿੱਤ ਤੋਂ ਬਾਅਦ ਕੰਪਨੀ ਨੇ ਬਿਜ਼ਨਸ ਮਾਡਲ ਹੀ ਬਦਲ ਦਿੱਤਾ। ਹੁਣ ਤੱਕ ਜਿਹੜੀ ਕੰਪਨੀ ਮੁਨਾਫੇ ਦੇ ਲਈ ਕੰਮ ਕਰਦੀ ਸੀ, ਬੰਗਾਲ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਉਹਦਾ ਪੂਰਾ ਫੋਕਸ ਟੈਕਸ ਕਲੈਕਸ਼ਨ ਤੇ ਹੋ ਗਿਆ। 1784 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਇੰਡੀਆ ਐਕਟ ਪਾਸ ਕਰ ਦਿੱਤਾ, ਜਿਸ ਤੋਂ ਬਾਅਦ ਭਾਰਤ ਦੀ ਪੂਰੀ ਜਿਹੜੀ ਧਰਤੀ ਹੈ ਉਹ ਬ੍ਰਿਟਿਸ਼ ਸ਼ਾਸਨ ਦੇ ਅਧੀਨ ਆ ਗਈ। ਪਰ ਇਸ ਦਰਮਿਆਨ ਵੀ ਅੰਗਰੇਜ਼ਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਸਨ। ਇੱਕ ਵੱਡੀ ਚੁਣੌਤੀ ਸੀ ਪੰਜਾਬ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹੜਾ ਉਹ ਦਰਰਾ ਖੈਬਰ ਤੱਕ ਫੈਲਿਆ ਹੋਇਆ ਸੀ ਤੇ ਉਹਨਾਂ ਦੇ ਸਾਹਮਣੇ ਅੰਗਰੇਜ਼ ਬੇਬਸ ਸੀ। 1839 ਦੇ ਵਿੱਚ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਹਾਲਾਤ ਬਦਲ ਗਏ। ਜਿਹੜੇ ਵਿੱਚ ਅੰਦਰ ਹੀ ਘਰ ਦੇ ਅੰਦਰ ਹੀ ਦੁਸ਼ਮਣ ਬੈਠੇ ਸੀ, ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। 2 ਲੜਾਈਆਂ ਹੋਈਆਂ। 10 ਸਾਲ ਬਾਅਦ ਪੰਜਾਬ ਵੀ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ। ਉਧਰ ਦੱਖਣ ਵਿੱਚ ਟੀਪੂ ਸੁਲਤਾਨ ਤੇ ਵਿਦਰਭ ਦੇ ਵਿੱਚ ਮਰਾਠਾ ਫੌਜ ਤੋਂ ਅੰਗਰੇਜ਼ਾਂ ਨੂੰ ਚੁਣੌਤੀ ਮਿਲੀ, ਪਰ 1799 ਦੇ ਵਿੱਚ ਟੀਪੂ ਸੁਲਤਾਨ ਸ਼੍ਰੀਰੰਗਪਟਨਮ ਦੀ ਜੰਗ ਵਿੱਚ ਮਾਰੇ ਗਏ ਤੇ ਮਰਾਠੇ ਜਿਹੜੇ ਦਿੱਲੀ ਤੇ ਰਾਜ ਕਰਨਾ ਚਾਹੁੰਦੇ ਸੀ ਉਹ ਵੀ ਪਾਣੀਪਤ ਦੀ ਤੀਜੀ ਤੇ ਫੈਸਲਾਕੁੰਨ ਲੜਾਈ ਹਾਰ ਗਏ।
1848 ਦੇ ਵਿੱਚ ਲਾਰਡ ਡਲਹੌਜੀ ਦੀ ਨੀਤੀ ਆਈ, ਜਿਹਦੇ ਵਿੱਚ ਤੈਅ ਹੋਇਆ ਕਿ ਜਿਹੜੀ ਰਿਆਸਤ ਵਿੱਚ ਪੁੱਤ ਵਾਰਿਸ ਹੀ ਨਹੀਂ ਹੋਏਗਾ ਉਹ ਕੰਪਨੀ ਦੇ ਕਬਜ਼ੇ ਵਿੱਚ ਆ ਜਾਊਗੀ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਰਿਆਸਤਾਂ ਅੰਗਰੇਜ਼ਾਂ ਨੇ ਯਾਨੀ ਕਿ ਈਸਟ ਇੰਡੀਆ ਕੰਪਨੀ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ, ਪਰ ਈਸਟ ਇੰਡੀਆ ਕੰਪਨੀ ਦੀ ਵੀ ਹੋਂਦ ਆਖਿਰਕਾਰ ਖਤਮ ਹੋਣੀ ਹੋਈ ਸੀ। ਦਹਾਕਿਆਂ ਤੱਕ ਭਾਰਤ ਦੇ ਲੋਕਾਂ ਨੂੰ ਗੁਲਾਮ ਬਣਾਇਆ, ਉਹਨਾਂ ਨੂੰ ਆਪਣੀਆਂ ਮਾੜੀਆਂ ਨੀਤੀਆਂ ਦੇ ਨਾਲ ਲੁੱਟਿਆ, ਉਹਨਾਂ ਦਾ ਜਿਹੜਾ ਭਰੋਸਾ ਜਿੱਤ ਕੇ ਉਹਨਾਂ ਨੂੰ ਧੋਖਾ ਦਿੱਤਾ। ਆਖਿਰਕਾਰ ਇਹਦਾ ਵੀ ਪਤਨ ਹੋਣਾ ਸੀ। 1833 ਵਿੱਚ ਫਿਰ ਬਰਤਾਨੀਆ ਦੀ ਸਰਕਾਰ ਨੇ ਈਸਟ ਇੰਡੀਆ ਕੰਪਨੀ ਤੋਂ ਭਾਰਤ ਵਿੱਚ ਵਪਾਰ ਕਰਨ ਦੇ ਸਾਰੇ ਅਧਿਕਾਰ ਖੋਲੇ ਤੇ ਇਸ ਨੂੰ ਸਰਕਾਰੀ ਕਾਰਪੋਰੇਸ਼ਨ ਦੇ ਵਿੱਚ ਬਦਲ ਦਿੱਤਾ। ਯਾਨੀ ਕਿ ਈਸਟ ਇੰਡੀਆ ਦੇ ਕੋਲੇ ਜਿਹੜੇ ਅਧਿਕਾਰ ਸੀ, ਜਿਹੜਾ ਉਸ ਦੇ ਕੋਲੇ ਰਾਜ ਸੀ, ਉਹ ਸਾਰਾ ਬ੍ਰਿਟਿਸ਼ ਸਰਕਾਰ ਨੇ ਕੈਪਚਰ ਕਰ ਲਿਆ। 1857 ਦੀ ਕ੍ਰਾਂਤੀ ਨੂੰ ਈਸਟ ਇੰਡੀਆ ਕੰਪਨੀ ਦੀ ਨਾਕਾਮੀ ਮੰਨਿਆ ਜਾਂਦਾ ਹੈ। ਬਰਤਾਨੀਆ ਦੀ ਰਾਣੀ ਨੇ ਈਸਟ ਇੰਡੀਆ ਕੰਪਨੀ ਦੇ ਸਾਰੇ ਅਧਿਕਾਰ ਖਤਮ ਕਰਕੇ ਭਾਰਤ ਨੂੰ ਸਿੱਧਾ ਆਪਣੇ ਅਧੀਨ ਲੈ ਲਿਆ ਸੀ। ਕੰਪਨੀ ਦੇ 2.5 ਲੱਖ ਫੌਜੀਆਂ ਦਾ ਵੀ ਬ੍ਰਿਟਿਸ਼ ਫੌਜ ਦੇ ਵਿੱਚ ਰਲੇਵਾਂ ਹੋ ਗਿਆ ਸੀ। ਇਸ ਤਰ੍ਹਾਂ ਭਾਰਤ ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਸਦੀਆਂ ਤੱਕ ਭਾਰਤੀਆਂ ਨੂੰ ਆਪਣਾ ਗੁਲਾਮ ਬਣਾਇਆ। ਹਾਲਾਂਕਿ ਇੱਕਾ ਦੁੱਕਾ ਜਾਂਬਾਜ਼ ਕੌਮਾਂ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਨਹੀਂ ਸਹੀ, ਜਿਹੜੇ ਆਪਣੇ ਰਾਜ ਦੇ ਵਿੱਚ ਹੀ ਰਹਿੰਦੇ ਰਹੇ, ਹਿੱਕਾਂ ਤਾਣ ਕੇ ਰਹਿੰਦੇ ਰਹੇ। ਆਖਿਰਕਾਰ ਭਾਰਤ ਨੂੰ 1 ਸਦੀ ਤੱਕ ਯਾਨੀ ਕਿ 100 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਗੁਲਾਮ ਬਣਾਉਣ ਵਾਲੀ ਈਸਟ ਇੰਡੀਆ ਕੰਪਨੀ ਨੂੰ 1874 ਦੇ ਵਿੱਚ ਭੰਗ ਕਰ ਦਿੱਤਾ ਗਿਆ ਸੀ। 1857 ਦੇ ਵਿੱਚ ਫਿਰ ਬ੍ਰਿਟਿਸ਼ ਰਾਜ ਦੇ ਨਾਲ ਆਜ਼ਾਦੀ ਦੀ ਜੰਗ ਸ਼ੁਰੂ ਹੋਈ, ਜਿਹਦੇ ਵਿੱਚ ਲੱਖਾਂ ਆਜ਼ਾਦੀ ਘੁਲਾਟੀਆਂ ਨੇ ਆਪਣੇ ਖੂਨ ਦੀ ਕੁਰਬਾਨੀ ਦੇ ਕੇ 1947 ਦੇ ਵਿੱਚ ਉਸ ਜੰਗ ਨੂੰ ਜਿੱਤ ਲਿਆ। ਹਾਲਾਂਕਿ ਲੱਖਾਂ ਲੋਕ ਉਸ ਜਿੱਤ ਨੂੰ ਦੁਖਾਂਤ ਵਜੋਂ ਜਾਣਦੇ ਨੇ, ਕਿਉਂਕਿ ਉਹਨਾਂ ਨੇ ਆਪਣੇ ਪਿੰਡੇ ਤੇ ਵੱਡਾ ਉਜਾੜਾ ਤੇ ਆਪਣਿਆਂ ਦਾ ਵਿਛੋੜਾ ਸਹਿਆ ਸੀ। ਉਹਨਾਂ ਵੱਡਾ ਕਤਲੇਆਮ ਅੱਜ ਤੱਕ ਪੂਰੀ ਦੁਨੀਆ ਤੇ ਕਦੇ ਨਹੀਂ ਹੋਇਆ ਜੋ 1947 ਦੇ ਵਿੱਚ ਹੋਇਆ ਸੀ। ਧੰਨਵਾਦ।